दैट्स ऑल पब्लिक। एंड अगर उसनों उन्होंने बिल्कुल ट्विस्ट होर देने की कोशिश की, इट वॉज नॉट कि वो मेरे खिलाफ कुछ पॉइंट आउट कर सके कि कितने गलत किया है, वो तो नजायज फायदा उठा रहा है, बल्कि एक तरीका सी कि इस दी भी कुंडी इहदी ओ निचोड़ लवो, इसनू घुमा दिओ। But the very fact that since the people re-elected you, despite this and other controversies, apparently they didn't believe and what was it was to the extent I feel little ill at ease कि मैं वही गल्लां पुरानियां करां which I want to not to even talk of। ਜਦੋਂ ਕੋਈ ਚੀਜ਼ਾਂ ਦੋ ਰੋਂਗ ਡੂਇੰਗ ਸਾਹਮਣੇ ਆਈਆਂ ਹੋਰ ਜਿਹੜੀਆਂ ਕਿ ਹੋਰ ਆ ਰਹੀਆਂ ਨੇ ਸਾਹਮਣੇ, ਦ ਫਰਸਟ ਥਿੰਗ ਵਾਸ ਹੀ went on the air ਟੀਵੀ ਤੇ। ਮੈਂ ਤਾਂ I was surprised to find him saying ਕਿ ਮੇਰੇ ਖਿਲਾਫ ਇਹ ਤਬ ਹੋ ਰਿਹਾ ਕਿ ਪਵਨ ਬਾਂਸਲ ਦਾ ਮੈਂ ਉਹ ਕੀਤਾ ਰਿਗਾਰਡਿੰਗ ਸਕੂਲ। ਇੱਕ ਨੋਟਿਸ ਮੈਨੂੰ ਦਿਖਾ ਦੇਣ ਇਹਨਾਂ ਦੇ ਦੌਰਾਨ ਸਕੂਲ ਦੇ ਬਾਰੇ ਸਾਨੂੰ ਕੋਈ ਨੋਟਿਸ ਆਇਆ ਹੋਵੇ। ਇਟ ਵਾਸ ਨਾਟ ਕਾਂਗਰਸ ਗਵਰਨਮੈਂਟ, ਇਟ ਵਾਸ द NDA गवर्नमेंट when the land was allotted, and हर एक चीज you have to submit to them। उते पूरा authority, the control, इत्थे government administration दा रहंदा है। If you were to describe General Rodrigues' tenure as administrator, no, well, how would you do it? I would not really like to get into that. No, I will say that we have to move forward. I would not let myself be the prisoner of the past. Okay. I mean, even if I would moving forward, I would like to move forward. Okay, only. moving forward, how are your relations with the present administrator in Punjab? Excellent relations, and I think I have always had excellent relations with everybody, anywhere. ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਕੇਂਦਰੀ ਮੰਤਰੀ ਪਵਨ ਬਾਂਸਲ ਨਾਲ ਗੱਲਬਾਤ ਦੇਖਣ ਲਈ ਤੁਸੀਂ ਬਣੇ ਰਹੋ ਡੇ ਐਂਡ ਨਾਈਟ ਨਿਊਜ਼ ਨਾਲ। कहते हैं मेहनत करो तो दुनिया से कुछ भी मिल सकता है, पर दुनिया ही नहीं कहती। उसका तो हमेशा से एक ही असूल है, लड़ो और जीत गए तो ले लो। दुनिया के तेवर आज भी वैसे ही हैं, वो तभी मारती है जब तुम तैयार नहीं होते, और इतना जोर से मारती है कि कोई कुछ नहीं कर सकता सिवाय उसके जो चोट खाने के लिए तैयार हो, क्योंकि जिंदगी और बॉक्सिंग में जीतता वो नहीं जो सबसे जोर का मारे, जीतता तो वो है जो उठ के फिर खड़ा हो जाए। डिक्सी स्कॉट इनोवेयर, द अल्टीमेट विनर। ब्रेक तो बाद ਤੁਹਾਡਾ ਸਵਾਗਤ ਹੈ। ਅਸੀਂ ਗੱਲ ਕਰ ਰਹੇ ਹਾਂ ਕੇਂਦਰੀ ਮੰਤਰੀ ਪਵਨ ਬਾਂਸਲ ਨਾਲ। ਬਾਂਸਲ ਜੀ, ਤੁਸੀਂ ਜਨਰਲ ਰੋਡਰਿਗਸ ਦੀ ਜਿਹੜੀ ਲੈਂਡ ਐਕੁਜੀਸ਼ਨ ਪਾਲਿਸੀ ਸੀ ਉਹਨੂੰ ਬਹੁਤ ਕ੍ਰਿਟਿਸਾਈਜ਼ ਕੀਤਾ ਸੀ। ਤੁਹਾਡੇ ਖਿਆਲ ਨਾਲ ਕੀ ਚੰਡੀਗੜ੍ਹ ਦੀ ਲੈਂਡ ਐਕੁਜੀਸ਼ਨ ਪਾਲਿਸੀ ਹੋਣੀ ਚਾਹੀਦੀ ਹੈ? ਜੋ ਚੰਡੀਗੜ੍ਹ ਦੀ ਪਾਲਿਸੀ ਵੱਖਰੀ ਹੋਣੀ ਚਾਹੀਦੀ ਹੈ ਪੰਜਾਬ ਔਰ ਹਰਿਆਣਾ ਦੀ ਪਾਲਿਸੀਜ਼ ਨਾਲੋਂ? ਮੈਂ ਬਤੌਰ ਮੈਂਬਰ ਪਾਰਲੀਮੈਂਟ ਇਸ ਤੋਂ ਪਹਿਲਾਂ ਵੀ ਜਦੋਂ ਚੰਡੀਗੜ੍ਹ ਵਾਲੀ ਪ੍ਰਾਪਰਟੀ ਦਾ ਡਿਸਪਿਊਟ ਹੋਇਆ, ਮੇਰਾ ਇੱਕ ਆਪਣਾ ਵਿਚਾਰ ਹਮੇਸ਼ਾ ਰਿਹਾ ਹੈ ਐਜ਼ ਐਨ ਐਨਲਾਈਟਨਡ ਸਿਟੀਜ਼ਨ ਆਫ ਦ ਕੰਟਰੀ ਕਿ ਜਿਹੜਾ ਕਾਨੂੰਨ ਹੈ ਬੜਾ ਆਰਕੇਕ, ਬੜਾ ਪੁਰਾਣਾ ਕਾਨੂੰਨ ਹੈ। ਇਹਦੇ ਤਹਿਤ ਜਿਨ੍ਹਾਂ ਦੇ ਜ਼ਮੀਨਾਂ ਦੇ ਮਾਲਿਕ ਨੇ ਉਹਨਾਂ ਨੂੰ ਉਹਨਾਂ ਦਾ ਵਾਜਬ ਪੈਸਾ ਨਹੀਂ ਮਿਲਦਾ। ਕਿਸੇ ਨਾ ਕਿਸੇ ਚੀਜ਼ ਨੂੰ ਅਸੀਂ ਪਬਲਿਕ ਪਰਪਸ ਕਹਿ ਕੇ ਉਹਨਾਂ ਤੋਂ ਜ਼ਮੀਨ ਲੈ ਲੈਂਦੇ ਹਾਂ ਤੇ ਉਹਨਾਂ ਦੀ ਹਮੇਸ਼ਾ ਵਾਸਤੇ ਜ਼ਮੀਨ ਤੋਂ ਉਹ ਵਾਂਝੇ ਹੋ ਜਾਂਦੇ ਨੇ, ਉਹਨਾਂ ਤੋਂ ਖੋਈ ਜਾਂਦੀ ਹੈ। ਇਸ ਲਈ ਮੇਰਾ ਇੱਕ ਇਸ ਤੇ ਆਪਣਾ ਇੱਕ ਕਹਿ ਸਕਦੇ ਹੋ ਕਿ ਆਈਡੀਓਲੋਜੀਕਲ ਵਿਊ ਹੀ ਹੈ ਕਿ ਜ਼ਮੀਨ ਅਕਵਾਇਰ ਐਬਸੋਲੂਟਲੀ ਐਸੈਂਸ਼ੀਅਲ ਕੰਡੀਸ਼ਨ ਦੇ ਵਿੱਚ ਗਵਰਨਮੈਂਟ ਨੂੰ ਕਰਨੀ ਚਾਹੀਦੀ ਹੈ, ਨਹੀਂ ਪ੍ਰਾਈਵੇਟ ਕੰਮ ਰਹਿਣਾ ਚਾਹੀਦਾ ਹੈ। ਉਸੇ ਹਿਸਾਬ ਦੇ ਨਾਲ ਜਦੋਂ ਮੈਂ ਵੇਖਿਆ ਕਿ ਪੰਜਾਬ ਹਰਿਆਣਾ ਦੇ ਵਿੱਚ ਤਾਂ ਇੱਥੇ ਪੈਸਾ ਜ਼ਿਆਦਾ ਮਿਲ ਰਿਹਾ ਹੈ, ਮੈਂ ਇੱਥੇ ਉਹਨਾਂ ਨੂੰ ਸਿਰਫ ਇਹ ਕਿਹਾ ਕਿ ਚੰਡੀਗੜ੍ਹ ਤਾਂ ਰਾਜਧਾਨੀ ਹੈ ਪੰਜਾਬ ਦੀ, ਹਰਿਆਣਾ ਦੀ, ਇੱਥੇ ਉਹਦੀ ਵੈਲਿਊ ਜ਼ਿਆਦਾ ਹੈ ਜ਼ਮੀਨ ਦੀ, ਤੁਸੀਂ ਇੱਥੇ ਕਿਉਂ ਇੰਨਾ ਘੱਟ ਪੈਸਾ ਦੇ ਰਹੇ ਹੋ ਉਹਨਾਂ ਨੂੰ? ਤੁਸੀਂ ਸਕੂਲ ਦੀ ਗੱਲ ਕੀਤੀ, ਮੈਂ ਇੱਕ ਤੁਹਾਨੂੰ ਹੋਰ ਅੱਜ ਦੱਸ ਦਿੰਦਾ। ਉਹਨੇ ਕਿਹਾ ਭਾਲੋ ਇਹ ਕਿ ਕਿਉਂ ਜ਼ਮੀਨ ਦੇ ਬਾਰੇ ਲੱਗਿਆ ਹੋਇਆ, ਇੰਨੀ ਗੱਲ ਬਾਰ-ਬਾਰ ਕਰਨ। ਕਿਸੇ ਅਫਸਰ ਨੇ ਬਹੁਤ ਉਹਨਾਂ ਦੇ ਭਾਲਣ ਦੀ ਕੋਸ਼ਿਸ਼ ਕੀਤੀ ਕਿ ਪਵਨ ਬਾਂਸਲ ਨੇ ਪਹਿਲਾਂ ਕਿਸੇ 50 ਸਾਲ 40 ਸਾਲ ਪਹਿਲਾਂ ਘਰਦਿਆਂ ਨੇ ਕੋਈ ਜ਼ਮੀਨ ਛੋਟੀ ਜਿਹੀ ਇੱਥੇ ਲਿੱਤੀ ਹੋਈ ਸੀ, ਉਹ ਇਹਦੀ ਅਕਵਾਇਰ ਹੋ ਗਈ ਜਿਸ ਕਰਕੇ ਲੱਗਿਆ ਪਿਆ। And that was an old story for which I am getting enhancement even up to this date by the courts. Whatever small land it was, an acre and a half. He felt extremely elated over it कि मैं पाल लिया कि वो दे खिलाफ हो गया. He would try to attribute motives on everything somebody did. Right. Dissent was not acceptable to him. ਪਵਨ ਜੀ, ਇਹ ਦੱਸੋ ਕਿ ਇਸ ਵੇਲੇ ਚੰਡੀਗੜ੍ਹ ਦੀ ਜਿਹੜੀ ਪੁਰਾਣੀ ਪੈਰੀਫਰੀ ਪਾਲਿਸੀ ਸੀਗੀ ਉਹ that is all but lost at this point of time. All kinds of haphazard construction has come up all around Chandigarh now. ਇਹਦੇ ਤੇ ਕੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦਾ ਕੀ ਸਟੈਂਡ ਹੋਣਾ ਚਾਹੀਦਾ? ਇਸ ਤੇ ਹੁਣ ਕੱਲੇ ਚੰਡੀਗੜ੍ਹ ਦੇ ਐਡਮਿਨਿਸਟ੍ਰੇਸ਼ਨ ਦੇ ਸਟੈਂਡ ਨਾਲ ਗੱਲ ਨਹੀਂ ਬਣਨੀ। ਇਹ ਪੋਜੀਸ਼ਨ ਥੋੜੀ ਜੀ ਜ਼ਿਆਦਾ ਹੋ ਗਈ ਹੈ ਕਿਉਂਕਿ ਇੰਪੈਰੇਟਿਵਸ ਆਫ ਅਰਬਨਾਈਜੇਸ਼ਨ ਹੈ, ਚਾਰੋਂ ਪਾਸੇ ਬਣ ਗਿਆ ਜਿਵੇਂ ਤੁਸੀਂ ਕਿਹਾ ਹੈ। ਮੇਰਾ ਖਿਆਲ ਇਸ ਵਕਤ ਇੱਕ ਜ਼ਰੂਰਤ ਹੈ ਕਿ ਜਿਵੇਂ ਕਿ ਨੈਸ਼ਨਲ ਕੈਪੀਟਲ ਰੀਜਨ ਹੈ ਦਿੱਲੀ ਦਾ, ਉਵੇਂ ਅਸੀਂ ਚੰਡੀਗੜ੍ਹ ਕੈਪੀਟਲ ਰੀਜਨ ਦੇ ਤੌਰ ਤੇ ਪੰਜਾਬ, ਹਰਿਆਣਾ,
ਗਵਰਨਮੈਂਟ ਆਫ ਇੰਡੀਆ, ਤਿੰਨੋਂ ਮਿਲ ਕੇ ਕਰਨ ਤਾਂ ਕੁਝ ਹੋ ਪਾਏਗਾ। ਐਂਡ ਇਹਨਾਂ ਤੋਂ ਇਲਾਵਾ ਇਸ ਤੋਂ ਬਾਹਰ ਮੈਗਨੇਟ ਕਾਊਂਟਰ ਮੈਗਨੇਟਿਕ ਸੈਂਟਰਸ ਰਾਦਰ, ਕਿ ਹੁਣ ਇੱਧਰ ਲੋਕ ਚੰਡੀਗੜ੍ਹ ਵਿੱਚ ਨਾ ਆਣ, ਚੰਡੀਗੜ੍ਹ ਤੋਂ 30 ਕਿਲੋਮੀਟਰ ਦੂਰ ਖਰੜ ਤੋਂ ਵੀ ਅਗਾਂਹ ਸੋਹਾਣੇ ਵਾਲੇ ਪਾਸੇ ਜਾਂ ਹੋਰ ਅਗਾਂਹ ਲੈ ਚਲੇ ਜਾਈਏ, ਇੱਧਰ ਬੱਦੀ ਵੱਲ ਜਾਈਏ, ਬੱਦੀ ਤੋਂ ਵੀ ਅੱਗੇ ਚਲੇ ਜਾਈਏ, ਇੱਧਰ ਲਾਲੂੜੀ ਤੋਂ ਅਗਾਂਹ ਚਲੇ ਜਾਈਏ, ਕਿ ਲੋਕ ਉੱਥੇ ਰਹਿਣਾ ਪਸੰਦ ਕਰਨ, ਉੱਥੇ ਉਹਨਾਂ ਨੂੰ ਫੈਸਿਲਿਟੀਜ਼ ਮਿਲ ਜਾਣ, ਪਰ ਚੰਡੀਗੜ੍ਹ ਦੇ ਨਾਲ ਕਨੈਕਸ਼ਨ ਰਹੇ। ਅੱਜ ਤੁਸੀਂ ਗੱਲ ਕੀਤੀ ਨਾ ਵੀ ਜਿਵੇਂ ਨੈਸ਼ਨਲ ਕੈਪੀਟਲ ਰੀਜਨ ਆ, ਉਸ ਤਰ੍ਹਾਂ ਦੀ ਇੱਥੇ ਕੋਈ ਜਿਹੜਾ ਏਰੀਆ ਵਾ ਚੰਡੀਗੜ੍ਹ ਦੇ ਅਰਾਊਂਡ, ਉਹਦੇ ਇੱਕ ਰੀਜਨਲ ਪਲਾਨ ਬਣਨਾ ਚਾਹੀਦਾ ਵਾ। ਅਸੀਂ ਇਹਨੂੰ ਆਪਣੇ ਚੈਨਲ ਦੇ ਵਿੱਚ ਸਟੇਟ ਕੈਪੀਟਲ ਰੀਜਨ ਕਹਿ ਕੇ ਅੱਜ ਕੱਲ ਅਸੀਂ ਇਹਦੀ ਕਵਰੇਜ ਕਰ ਰਹੇ ਹਾਂ। ਬਹੁਤ ਅੱਛਾ ਹੈ। ਹਾਂਜੀ ਪਵਨ ਜੀ, ਇਹ ਦੱਸੋ ਕਿ ਤੁਹਾਡਾ ਚੰਡੀਗੜ੍ਹ ਵਾਸਤੇ ਫਿਊਚਰ ਦਾ ਕੀ ਵਿਜ਼ਨ ਆ? ਇਹਨੂੰ ਤੁਸੀਂ ਆਈਟੀ ਡੈਸਟੀਨੇਸ਼ਨ ਚਾਹੁੰਦੇ ਜੇ, ਇਹਨੂੰ ਤੁਸੀਂ ਇੱਕ ਟੂਰਿਸਟ ਹੱਬ ਚਾਹੁੰਦੇ ਜੇ, ਐਜੂਕੇਸ਼ਨ ਸਿਟੀ ਚਾਹੁੰਦੇ ਜੇ, ਕਨਵੈਨਸ਼ਨ ਸਿਟੀ ਚਾਹੁੰਦੇ ਜੇ, ਕੀ ਹੋਣਾ ਚਾਹੀਦਾ ਚੰਡੀਗੜ੍ਹ? ਜਿਹੜੀਆਂ ਚੀਜ਼ਾਂ ਤੁਸੀਂ ਕਹੀਆਂ ਸ਼ਾਇਦ ਮੈਂ ਸਾਰੀਆਂ ਹੀ ਚਾਹੁੰਦਾ ਹਾਂ। ਚੰਡੀਗੜ੍ਹ ਛੋਟੀ ਜਗ੍ਹਾ ਹੈ, ਹੁਣ ਚੰਡੀਗੜ੍ਹ ਇਕੱਲੇ ਦਾ ਨਹੀਂ ਹੋ ਸਕਦਾ, ਟਰਾਈ ਸਿਟੀ ਦੇ ਤੌਰ ਤੇ ਚੰਡੀਗੜ੍ਹ ਦਾ ਸਾਨੂੰ ਪਲਾਨ ਕਰਨ ਦੀ ਜ਼ਰੂਰਤ ਹੈ। ਸਟੇਟ ਕੈਪੀਟਲ ਰੀਜਨ, ਹਾਂ, ਉਸੇ ਢੰਗ ਦੇ ਨਾਲ ਮੋਹਾਲੀ, ਪੰਚਕੂਲਾ, ਚੰਡੀਗੜ੍ਹ ਇਹ ਕਨਵੈਨਸ਼ਨ ਸਿਟੀ ਵੀ ਬਣ ਸਕਦੀ ਹੈ। ਕਿ ਦਿੱਲੀ ਬਹੁਤ ਕਰਾਊਡਡ ਹੋ ਗਿਆ, ਗੁੜਗਾਉਂ ਵੀ ਉਵੇਂ ਹੀ ਹੋ ਗਿਆ ਹੈ। ਬਹੁਤ ਗੱਲਾਂ ਵਾਸਤੇ ਅਗਰ ਅਸੀਂ ਅੱਛਾ ਕਨਵੈਨਸ਼ਨ ਸੈਂਟਰ ਇੱਥੇ ਹੋਵੇ, ਇੱਥੇ ਸਾਰਕ ਵਗੈਰਾ ਦੀਆਂ ਕਾਨਫਰੰਸਿਸ, ਦੂਜੀਆਂ ਕਾਨਫਰੰਸਿਸ, ਪੀਜੀਆਈ ਇੱਥੇ ਹੈ, ਯੂਨੀਵਰਸਿਟੀ ਇੱਥੇ ਹੈ, ਐਜੂਕੇਸ਼ਨ ਦਾ ਸੈਂਟਰ ਹਮੇਸ਼ਾ ਅੱਛਾ ਰਿਹਾ ਹੈ, ਉਹਨੂੰ ਹੋਰ ਵਧਾਉਣ ਦੀ ਲੋੜ ਹੈ। ਟੂਰਿਜ਼ਮ ਇੱਕ ਸਹੀ ਮਾਇਨੇ 'ਚ ਇੱਕ ਵੱਡੀ ਅਪਰੋਚ ਲੈ ਕੇ, ਨਾ ਕਿ ਅਸੀਂ ਛੋਟਾ ਛੋਟਾ ਕਿੱਥੇ ਕੀ ਕਰ ਲਿੱਤਾ, ਇੱਕ ਅੱਛਾ ਇਸੇ ਟੂਰਿਸਟ ਡੈਸਟੀਨੇਸ਼ਨ, ਇਹਨੂੰ ਸਿਰਫ ਗੇਟਵੇ ਟੂ ਹਿਮਾਚਲ ਕਹਿ ਕੇ ਨਹੀਂ, ਸਿਰਫ ਵੀਕਐਂਡ ਟੂਰਿਜ਼ਮ ਨਹੀਂ, ਕਿ ਲੋਕ ਆਣ ਹੀ ਇੱਥੋਂ ਦੇ ਟੂਰਿਜ਼ਮ ਵਾਸਤੇ, ਅਸੀਂ ਇਸ ਢੰਗ ਦੇ ਨਾਲ ਇੱਥੋਂ ਬਣਾ ਸਕਦੇ ਹਾਂ। ਉਹ ਗੱਲਾਂ ਤੇ ਥੋੜਾ ਜਿਹਾ ਮੇਰਾ ਖਿਆਲ ਕਨਵੈਨਸ਼ਨਲ ਵਿਜ਼ਡਮ ਤੋਂ ਹਟ ਕੇ ਇੱਕ ਆਊਟ ਆਫ ਦ ਬਾਕਸ ਸੋਚਣ ਦੀ ਲੋੜ ਹੈ ਕਿ ਇਸ ਏਰੀਆ ਨੂੰ ਕਿਵੇਂ ਡਿਵੈਲਪ ਕੀਤਾ ਜਾਵੇ। ਥਿੰਕਿੰਗ ਹੈ ਉਹਨਾਂ ਦੇ ਵਾਸਤੇ ਬਹੁਤ ਜ਼ਿਆਦਾ ਨਹੀਂ, ਮੈਂ ਜਿਵੇਂ ਕਹਿੰਦਾ, ਕਿਉਂਕਿ ਇੱਥੋਂ ਦਾ ਹਾਲੇ ਉਸ ਢੰਗ ਦੇ ਨਾਲ ਇਹ ਵੀ ਹੁਣੀ ਗੱਲ ਸ਼ੁਰੂ ਹੋਈ ਹੈ, ਤੇ ਮੈਂ ਤੁਹਾਡਾ ਵੀ ਇਸ ਗੱਲ ਨੂੰ ਐਪਰੀਸ਼ੀਏਟ ਕਰਦਾ ਹਾਂ, ਧੰਨਵਾਦ ਵੀ ਕਰਦਾ ਕਿ ਇਸ ਨੂੰ ਹਾਈਲਾਈਟ ਕਰੋ, ਫੋਕਸ ਕਰੋ ਕਿ ਇਹ ਇਸ ਤਰ੍ਹਾਂ ਦੀ ਬੋਡੀ ਦੀ ਜ਼ਰੂਰਤ ਹੈ ਇੱਥੇ। ਪਵਨ ਜੀ, ਤੁਸੀਂ ਕਿਉਂਕਿ ਯੂਨੀਅਨ ਵਾਟਰ ਰਿਸੋਰਸਿਸ ਮਿਨਿਸਟਰੀ ਵੀ ਜੇ, ਹੁਣੇ ਫਲੱਡਸ ਨਾਲ ਬਹੁਤ ਜ਼ਿਆਦਾ ਡੈਮੇਜ ਹੋਈ ਪੰਜਾਬ ਤੇ ਹਰਿਆਣਾ ਦੇ ਵਿੱਚ, ਇਹਦੇ ਬਾਰੇ ਕੋਈ ਤੁਸੀਂ ਸੋਚਿਆ, ਕੋਈ ਪਲਾਨ ਹੈ ਤੁਹਾਡੇ ਕੋਲ? ਫਲੱਡ ਮੈਨੇਜਮੈਂਟ ਦੇ ਨਾਲੋਂ ਜ਼ਿਆਦਾ ਪੰਜਾਬ ਦੇ ਵਾਸਤੇ ਮੈਂ ਜਿਹੜੀ ਗੱਲ ਇੱਥੇ ਇਸ ਗੱਲ ਦਾ ਮੌਕੇ ਤੇ ਫਾਇਦਾ ਉਠਾ ਕੇ ਕਹਿਣਾ ਚਾਹਾਂਗਾ ਕਿ ਇੱਥੇ ਅਸੀਂ ਸ਼ਾਹਪੁਰ ਕੰਡੀ ਨੂੰ ਇੱਕ ਨੈਸ਼ਨਲ ਪ੍ਰੋਜੈਕਟ ਡਿਕਲੇਅਰ ਕਰ ਚੁੱਕੇ ਹਾਂ। ਉਹਦੇ ਵਿੱਚ 90% ਪੈਸਾ ਜਿਹੜਾ ਉਹਦੇ ਉਸੇ ਖਰਚ ਹੋਏਗਾ ਉਹ ਇੱਥੋਂ ਲੱਗੇਗਾ। ਪੰਜਾਬ ਅਤੇ ਹਰਿਆਣੇ ਦੇ ਏਰੀਏ ਨੂੰ ਇੱਥੇ ਪੋਟੈਂਸ਼ੀਅਲ ਬਹੁਤ ਹੈ, ਪਾਣੀ ਸਾਡਾ ਬਹੁਤ ਜ਼ਾਇਆ ਜਾ ਰਿਹਾ, ਅਸੀਂ ਬਹੁਤ ਚੀਜ਼ਾਂ ਤੇ ਸਾਡੇ ਝਗੜੇ ਨੇ, ਮਤਭੇਦ ਨੇ, ਪੂਰੇ ਹਿੰਦੁਸਤਾਨ ਦੇ ਵਿੱਚ ਨੇ। ਇਹਨਾਂ ਪ੍ਰੋਜੈਕਟ ਤੁਹਾਨੂੰ ਪੰਜਾਬ ਤੋਂ ਕੋਆਪਰੇਸ਼ਨ ਮਿਲ ਰਹੀ ਹੈ? ਨਹੀਂ, ਉਹ ਐਗਜ਼ੀਕਿਊਸ਼ਨ ਉਹਨਾਂ ਤੋਂ ਹੁੰਦੀ ਹੈ। ਸੈਂਟਰ ਡਸ ਨਾਟ ਐਗਜ਼ੀਕਿਊਟ ਦ ਪ੍ਰੋਜੈਕਟ, ਸੈਂਟਰ ਸਿਰਫ ਉਹਦੀ ਫੰਡਿੰਗ ਅਲੱਗ-ਅਲੱਗ ਸਕੀਮਸ ਦੇ ਤਹਿਤ ਕਰਦਾ ਹੈ। ਐਤਕੀ ਦੋਨੋਂ ਸਟੇਟਸ ਨੇ ਇਕੱਠੇ ਹੋ ਕੇ ਕਿਹਾ ਹੈ, ਪੰਜਾਬ ਹਰਿਆਣਾ ਨੇ, ਜਦੋਂ ਫਲੱਡਸ ਫੇਰ ਆਏ ਐਤਕੀ ਇੰਨੇ ਭਿਆਨਕ ਫਾਰਮ ਦੇ ਵਿੱਚ, ਕਿ ਅਸੀਂ ਦੋਨੋਂ ਚਾਹੁੰਦੇ ਹਾਂ, ਪਰ ਅਗਰ ਤੁਸੀਂ ਉਹਦੇ ਜੈਨੇਸਿਸ ਦੇ ਵਿੱਚ ਜਾਓ ਪ੍ਰੋਬਲਮ, ਉਹਦੇ ਵਿੱਚ ਫਿਰ ਦੋਨੋਂ ਸਟੇਟਸ ਦੀਆਂ ਆਪਣੀਆਂ ਕੁਝ ਇਸ਼ੂਜ਼ ਨੇ ਜਿਨ੍ਹਾਂ ਨੂੰ ਉਹ ਰਿਜ਼ੋਲਵ ਨਹੀਂ ਕਰ ਪਾ ਰਹੇ, ਜਿਸ ਕਰਕੇ ਮਸਲਾ ਵਧਿਆ ਹੋਇਆ ਹੈ। ਪਰ ਸਿਲਵਰ ਲਾਈਨਿੰਗ ਕਿਤੇ ਨਾ ਕਿਤੇ ਹੁੰਦੀ ਹੈ। गुजरात एंड महाराष्ट्र ने आपस में इंटरलिंकिंग ऑफ 2 रिवर्स के वास्ते मेमोरेंडा साइन कर लेता है। एक होर रिवर प्रोजेक्ट का एक जगह है राजस्थान यूपी के वास्ते, मध्य प्रदेश। तो कुछ ना कुछ काम अगर सारे मिलके इससे करिए, आम एक नॉर्मल पॉलिटिक्स तो उठ के आगाह वध के कुछ करिए, वेखिए कि देश नु व्हाट हैज बेडेविल्ड द नेशन। आर यू पर्सनली इन फेवर ऑफ इंटरलिंकिंग ऑफ रिवर्स? सी इंटरलिंकिंग वर्ड थोड़ा जा एकदम इट रेजेस द हैकल्स एज यू सेड। इट्स नॉट गोइंग अगेंस्ट द नेचर। व्हाट वी हैव टू डू इज कि ट्रांसफरिंग वाटर from the surplus basin to the deficit basin which is called for, which is needed, ecological balance maintain करते हुए, environmental concerns ਨੂੰ address करते हुए। अगर एक पासे पानी ਨਾਲ तबाही आ जाती है, there is need for thinking on those। ਉਹਨੂੰ ਇੱਕ ਪ੍ਰੋਜੈਕਟ ਨੂੰ ਸਪੈਸਿਫਿਕ ਪ੍ਰੋਜੈਕਟ ਨੂੰ ਵੇਖਦੇ ਹੋਏ, ਪਰ ਬੇਸਨ ਵਾਈਜ਼। ਪਰ ਜਿਸ ਤੁਸੀਂ ਇੰਟਰਲਿੰਕਿੰਗ ਦੀ ਗੱਲ ਕੀਤੀ, ਪੁਰਾਣਾ ਹਾਲੇ ਨਵੇਂ ਨਹੀਂ ਹੈ, ਪੁਰਾਣੀਆਂ ਵੀ ਸਾਡੇ 10 ਉਦਾਹਰਨ ਨੇ। ਮਾਧੋਪੁਰ ਵੀ ਇੱਕ ਉਹਦਾ ਉਦਾਹਰਨ ਹੈ ਕਿ ਇੰਟਰਲਿੰਕਿੰਗ ਉਸ ਵਕਤ ਦੀ ਇੰਨੀ ਪੁਰਾਣੀ ਸਾਡੇ ਹੋਈ ਹੈ ਤੇ ਬੜੀ ਬਹੁਤ ਸ਼ਾਨਦਾਰ ਵਧੀਆ ਚੱਲ ਰਹੀ ਹੈ। ਮੈਂ ਪਵਨ ਜੀ ਤੁਹਾਨੂੰ ਇੱਕ ਦੂਸਰੇ ਮਸਲੇ ਦੇ ਉੱਤੇ ਲਿਆਉਣਾ ਚਾਹੁੰਦਾ ਵਾਂ। ਤੁਸੀਂ ਯੂਨੀਅਨ ਪਾਰਲੀਮੈਂਟਰੀ ਅਫੇਅਰਸ ਮਿਨਿਸਟਰੀ ਵਿੱਚ as Union Parliamentary Affairs Minister, you had frequent run-ins with the opposition, particularly the BJP. They accused you of poor floor management on numerous occasions, at least particularly ਮੈਨੂੰ ਯਾਦ ਹੈ ਜਿਹੜਾ ਨਿਊਕਲੀਅਰ ਲਾਇਬਿਲਿਟੀਜ਼ ਬਿੱਲ ਦੇ ਉੱਤੇ ਤੁਹਾਨੂੰ ਉਹਨਾਂ ਨੇ ਅਕਿਊਜ਼ ਕੀਤਾ, ਇੱਕ ਦੋ ਹੋਰ ਇਸ਼ੂਜ਼ ਦੇ ਉੱਤੇ ਉਹਨਾਂ ਨੇ ਤੁਹਾਨੂੰ ਕਾਰਨਰ ਕਰਨ ਦੀ ਕੋਸ਼ਿਸ਼ ਕੀਤੀ। ਪਾਰਲੀਮੈਂਟਰੀ ਅਫੇਅਰਸ ਮਿਨਿਸਟਰੀ ਦੀ ਜਿਹੜਾ ਜੌਬ ਹੈ, ਇੱਕ ਪਹਿਲਾਂ ਤਾਂ ਹੀ ਇਜ਼ ਅ ਮੈਂਬਰ ਆਫ ਦ ਗਵਰਨਮੈਂਟ। ਉਹਦਾ ਕੰਮ ਜੋ ਗਵਰਨਮੈਂਟ ਦਾ ਏਜੰਡਾ ਹੈ ਉਹਨੂੰ ਪਾਰਲੀਮੈਂਟ ਵਿੱਚ ਲਿਆਉਣਾ ਹੁੰਦਾ ਹੈ। ਹੀ ਇਜ਼ ਐਨ ਇੰਟਰਫੇਸ ਬਿਟਵੀਨ ਦ ਗਵਰਨਮੈਂਟ on one side and the presiding officers, the speaker and the honorable chairman on the other side, and
ਆਲਸੋ ਦ ਗਵਰਨਮੈਂਟ ਐਂਡ ਦੀ ਆਪੋਜੀਸ਼ਨ। ਜੀ। ਉਹ ਸਾਨੂੰ ਮਿਲ ਕੇ ਕਰਨਾ ਹੁੰਦਾ ਤੇ ਸਾਰਿਆਂ ਨੂੰ ਚਲਾਉਣਾ ਹੁੰਦਾ ਹੈ। ਜੀ। ਮੈਂ ਸਮਝਦਾ ਕਿ ਮੈਂ ਜ਼ਿਆਦਾ ਅਕੋਮੋਡੇਟਿਵ ਰਿਹਾ, ਜਿਹੜੀ ਚੀਜ਼ ਤੇ ਉਹ ਮੰਗ ਕਰਦੇ ਰਹੇ ਨੇ ਕਿ ਅਸੀਂ ਡਿਸਕਸ਼ਨ ਚਾਹੁੰਦੇ ਹਾਂ, ਮੈਂ ਐਗਰੀ ਕਰਦਾ ਰਿਹਾ ਨਾਲ ਦੀ ਨਾਲ ਕਿ ਡਿਸਕਸ਼ਨ ਕਰੋ। ਪਰ ਅਗਰ ਕੋਈ ਮੌਕਾ ਕਿਸੇ ਵਕਤ ਅਜਿਹਾ ਆਵੇ ਸਿਰਫ ਪੋਲਿਟਿਕਸ ਦੇ ਕਾਰਨ, ਪੋਲੀਟੀਕਲ ਰੀਜ਼ਨਸ, ਪੋਲੀਟੀਕਲ ਮੋਟੀਵੇਸ਼ਨਸ ਦੇ ਕਾਰਨ ਬਾਹਰ ਸਾਡੀ ਆਪਸ ਵਿੱਚ ਗੱਲ ਕੁਝ ਹੋ ਜਾਵੇ, ਅੰਦਰ ਆ ਕੇ ਗੱਲ ਕੁਝ ਕਰ ਲੈਣ ਕਿਸੇ ਚੀਜ਼ ਤੇ, ਇੱਕ ਬਿੱਲ ਇੱਕ ਹਾਊਸ ਦੇ ਵਿੱਚ ਪਾਸ ਕਰਕੇ ਦੂਜੇ ਹਾਊਸ ਦੇ ਵਿੱਚ ਉਹਨੂੰ ਰੋਕਣ ਦੀ ਕੋਸ਼ਿਸ਼ ਕਰਨ ਕਿਉਂਕਿ ਨੰਬਰਸ ਨਹੀਂ ਸਰਕਾਰ ਦੇ ਕੋਲੇ ਪੂਰਾ, ਤਾਂ ਇਸ ਢੰਗ ਦੇ ਨਾਲ ਡੈਮੋਕ੍ਰੇਸੀ ਦੇ ਵਿੱਚ ਉਹ ਸਹੀ ਨਹੀਂ ਹੈ। ਤੇ ਇਸ ਤਰ੍ਹਾਂ ਦੀ ਹੀ ਸ਼ਾਇਦ ਕੋਈ ਗੱਲ ਇੱਕ ਦੋ ਵਾਰ ਹੋ ਗਈ ਹੈ। ਪਰ ਪਵਨ ਜੀ, ਤੁਹਾਨੂੰ ਤੁਹਾਡੇ ਆਪਣੇ ਪਾਰਟੀ ਦੇ ਮਿਨਿਸਟਰ ਜਿਹੜੇ ਆ ਕਪਿਲ ਸਿੱਬਲ ਜੀ, ਜਿਹੜੇ ਹਿਊਮਨ ਰਿਸੋਰਸ ਡਿਵੈਲਪਮੈਂਟ ਦੇ ਮਿਨਿਸਟਰ ਆ, ਉਹਨਾਂ ਨੇ ਵੀ ਕਿਹਾ ਕਿ ਸ਼ਾਇਦ ਫਲੋਰ ਮੈਨੇਜਮੈਂਟ ਜਦੋਂ ਉਹਨਾਂ ਦਾ ਬਿੱਲ ਆਇਆ ਸੀਗਾ ਐਜੂਕੇਸ਼ਨਲ ਟ੍ਰਿਬਿਊਨਲਸ ਬਿੱਲ, ਉਹਨਾਂ ਵੀ ਤੁਹਾਡੀ ਪਾਲਿਸੀਜ਼ ਨੂੰ, ਤੁਹਾਡੀ ਫਲੋਰ ਮੈਨੇਜਮੈਂਟ ਨੂੰ ਕ੍ਰਿਟਿਸਾਈਜ਼ ਕੀਤਾ। ਐਜੂਕੇਸ਼ਨ ਟ੍ਰਿਬਿਊਨਲ ਬਿੱਲ ਕਮੇਟੀ ਤੋਂ ਜਦੋਂ ਕਮੇਟੀਜ਼ ਦੇ ਵਿੱਚੋਂ ਆਂਦਾ, ਸਟੈਂਡਿੰਗ ਕਮੇਟੀ ਚੋਂ ਪਾਰਲੀਮੈਂਟ ਚ ਆਇਆ, ਲੋਕ ਸਭਾ ਦੇ ਵਿੱਚ ਨਾਲ ਦੀ ਨਾਲ ਪਾਸ ਹੋ ਗਿਆ ਕਿਉਂਕਿ ਅਸੀਂ ਸਾਰਿਆਂ ਨੂੰ ਨਾਲ ਲੈ ਸਕੇ। ਜੀ। ਰਾਜ ਸਭਾ ਤੇ ਜਿਵੇਂ ਕਿ ਮੈਂ ਤੁਹਾਨੂੰ ਹੁਣੇ ਦੱਸਿਆ ਹੈ, ਰਾਜ ਸਭਾ ਤੇ ਉਸ ਦੇ ਵਿੱਚ ਆਪੋਜੀਸ਼ਨ ਵੱਲੋਂ ਇਤਰਾਜ਼ ਹੋਇਆ, ਸਾਡੇ ਆਪਣੇ ਮੈਂਬਰਸ ਨੇ ਵੀ ਉਸ ਤੇ ਆਪਣੇ ਵਿਚਾਰ ਬੜੇ ਸਖਤ ਸ਼ਬਦਾਂ ਦੇ ਵਿੱਚ ਫੋਰਥਰਾਈਟ ਫਰੈਂਕਲੀ ਆਪਣੇ ਵਿਚਾਰ ਰੱਖੇ, ਜਿਹਦੇ ਨਾਲ ਇੱਕ ਮਾਹੌਲ ਇਸ ਤਰ੍ਹਾਂ ਦਾ ਬਣਿਆ ਉਹਦੇ ਵਿੱਚ ਕਿ ਉਹ ਬਿੱਲ ਸ਼ਾਇਦ ਉਸ ਦਿਨ ਪਾਸ ਨਹੀਂ ਹੋ ਸਕਦਾ ਸੀ। ਰਾਜ ਸਭਾ ਦੇ ਵਿੱਚ ਯੂਪੀਏ ਦੇ ਸਿਰਫ 244 ਮੈਂਬਰਸ ਪੂਰੇ ਰਾਜ ਸਭਾ ਦੇ ਵਿੱਚੋਂ, ਯੂਪੀਏ ਦੇ ਕਾਂਗਰਸ ਦੇ 71, 21 ਦੂਜੀ ਪਾਰਟੀਆਂ ਦੇ ਮਿਲਾ ਕੇ ਯੂਪੀਏ ਦੇ ਮੈਂਬਰਸ 92 ਨੇ। ਆਪਣੇ ਆਪ 92 ਦੇ ਨਾਲ ਅਸੀਂ ਕੋਈ ਬਿੱਲ ਪਾਸ ਨਹੀਂ ਕਰ ਸਕਦੇ। ਇੱਕ ਮਾਹੌਲ ਜਦੋਂ ਅਜਿਹਾ ਬਣਿਆ ਜਿਹਦੇ ਵਿੱਚ ਮੈਂ ਮਹਿਸੂਸ ਕੀਤਾ, ਜਿਹੜੀ ਮੈਂ ਉਹਨਾਂ ਨੂੰ ਰਾਏ ਦਿੱਤੀ, ਜਿਹੜੀ ਰਾਏ ਮੇਰੀ ਵੈਸੇ ਉਹਨਾਂ ਨੇ, ਕਪਿਲ ਜੀ ਨੇ ਕਬੂਲ ਕਰ ਲਿੱਤੀ ਕਿ ਬਿੱਲ ਨੂੰ ਅਸੀਂ ਡਿਫਰ ਕਰ ਲੈਣਾ ਚਾਹੀਦਾ ਹੈ। ਆਪਸ ਵਿੱਚ ਗੱਲਬਾਤ ਕਰਕੇ ਉਹਨਾਂ ਨੂੰ ਵੀ ਹੈਵ ਟੂ ਟੇਕ them on board, ਤਾਂ ਹੀ ਬਿੱਲ ਨੂੰ ਪਾਸ ਕਰ ਸਕਾਂਗੇ। you think you saved the day for the UPA I government? think so in all humility that rather it was saved। ਉਸ ਦਿਨ ਅਸੀਂ ਬਿੱਲ ਡਿਫੀਟ ਕਰਨ ਦੀ ਜਗ੍ਹਾ ਉਹਨੂੰ ਡਿਫਰ ਕਰਵਾ ਲਿਆ। ਹੁਣ ਵਿਚਾਰ ਹਰ ਇੱਕ ਚੀਜ਼ ਤੇ ਕਮੈਂਟਸ ਅਲੱਗ-ਅਲੱਗ ਹੁੰਦੇ ਨੇ। I also felt bad ਕਿ ਬਿੱਲ ਪਾਸ ਨਹੀਂ ਹੋ ਪਾਇਆ। ਮੈਂ ਚਾਹਨਾ ਕਿ ਕੋਈ ਵੀ ਲੈਜਿਸਲੇਸ਼ਨ ਆਵੇ ਉਹ ਨਾਲ ਦੀ ਨਾਲ ਪਾਸ ਹੋ ਜਾਵੇ, ਪਰ ਮੈਂ ਮੌਕੇ ਤੇ ਵੇਖਣਾ ਹੈ ਕਿ ਇਸ ਨੂੰ ਕਿਵੇਂ ਕਰਨਾ ਹੈ। ਉਸ ਨੂੰ ਕਈਆਂ ਨੇ ਤਾਂ ਮੈਨੂੰ ਕਿਹਾ ਕਿ ਬਹੁਤ ਵਧੀਆ ਕਰਤਾ, ਕਈਆਂ ਨੇ ਇਹ ਵੀ ਕਿਹਾ ਕਿ ਮੈਨੇਜਮੈਂਟ। ਪਵਨ ਜੀ, ਇਸ ਵੇਲੇ ਯੂਪੀਏ ਗਵਰਨਮੈਂਟ ਇਜ਼ ਇਨ ਅ ਕਾਈਂਡ ਆਫ ਅ ਜੈਮ ਔਨ ਜੰਮੂ ਐਂਡ ਕਸ਼ਮੀਰ। Do you find a way out of Jammu and Kashmir logjam at this point of time? ਹਰ ਇੱਕ ਦਾ ਆਪਣਾ ਆਪਣਾ ਵਿਚਾਰ ਹੋ ਸਕਦਾ ਹੈ। ਜਿਹੜੀ ਸਿਚੁਏਸ਼ਨ ਡਿਫਿਕਲਟ ਆਉਂਦੀ ਹੈ, ਜਿਨ੍ਹਾਂ ਤੇ ਜ਼ਿੰਮੇਵਾਰੀ ਪੈਂਦੀ ਹੈ, ਉਦੋਂ ਸਾਰੇ ਪਾਰਟੀ ਵਾਲੇ ਹਾਜ਼ਰ ਸਨ, ਆਪਣੀ ਆਪਣੀ ਗੱਲ ਕਹੀ, ਪਰ ਸਾਰੇ ਫੇਰੇ ਕਹਿ ਰਹੇ ਸਨ ਜੋ ਸਰਕਾਰ ਕਰੇਗੀ ਅਸੀਂ ਉਹਨਾਂ ਲੱਗਾਂਗੇ। So nobody seems to have an answer. No, but then you have to try to find out। ਇੱਕ ਅੱਛੀ ਤਰ੍ਹਾਂ ਗ੍ਰਾਸ ਵੀ ਸਿਚੁਏਸ਼ਨ ਦੀ ਸਾਰੇ ਇੱਕ ਪੂਰੇ ਦੇਸ਼ ਦੇ ਤੌਰ ਤੇ all cutting across the party lines and across the political spectrum, ਸਾਰਿਆਂ ਨੂੰ ਇਕੱਠੇ ਹੋ ਕੇ ਵੀ ਮੈਂ ਸਮਝਦਾ ਇਸ ਤੇ ਸੋਚਣ ਦੀ ਜ਼ਰੂਰਤ ਹੈ, ਵੇਖਣ ਦੀ। ਪਰ ਪਵਨ ਜੀ, ਇਹ ਬੜੀ ਅਫਸੋਸ ਦੀ ਗੱਲ ਨਹੀਂ ਕਿ 60 ਸਾਲਾਂ ਦੇ ਵਿੱਚ ਹਾਲੀ ਸਾਨੂੰ ਪਤਾ ਹੀ ਨਹੀਂ ਕਿ ਕਸ਼ਮੀਰ ਦੇ ਲੋਕੀ ਕੀ ਚਾਹੁੰਦੇ ਆ। ਹਾਲੀ ਵੀ ਅਸੀਂ ਪਤਾ ਕਰਨ ਜਾ ਰਹੇ ਹਾਂ ਕਿ ਉਹ ਕੀ ਚਾਹੁੰਦੇ ਆ। ਨਹੀਂ, ਕੀ ਚਾਹੁੰਦੇ ਤਾਂ ਇਸ ਕੰਟੈਕਸਟ ਦੇ ਵਿੱਚ ਮੈਂ ਕਹਿੰਦਾ ਵੀ ਅੱਜ ਦੇ ਦਿਨ ਕੀ ਹੈ, ਕਿਉਂਕਿ ਸਮੇਂ-ਸਮੇਂ ਤੇ ਅਲੱਗ ਹੁੰਦਾ ਰਿਹਾ। ਇੱਕ ਚੀਜ਼ ਕਲੀਅਰ ਹੈ ਜਿਹੜੀ ਉੱਥੋਂ ਕਈ ਜਗ੍ਹਾ ਉੱਥੇ ਭੜਕਾਇਆ ਜਾਂਦਾ ਹੈ, ਨਾਲ ਵਾਲੇ ਨੇਬਰ ਦੇ ਕਾਰਨ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਹੁੰਦੀ ਹੈ, ਅਸੀਂ ਉਹਦਾ ਆਪਣਾ ਭੋਗਿਆ ਹੋਇਆ ਇੱਥੇ ਕਿਸ ਤਰ੍ਹਾਂ ਦੀ ਕੋਸ਼ਿਸ਼ ਹੋਈ ਕਿਸੇ। ਸੋ ਦੇਅਰਫੋਰ ਮੈਂ ਤੁਹਾਨੂੰ ਦੁਬਾਰਾ ਚੰਡੀਗੜ੍ਹ ਤੇ ਲਿਆਉਣਾ ਚਾਹੁੰਦਾ ਵਾਂ। ਯੂਨੀਅਨ ਟੈਰੀਟਰੀ ਆਫ ਚੰਡੀਗੜ੍ਹ ਇੱਕ ਤਰੀਕੇ ਨਾਲ ਮੰਨਿਆ ਜਾਂਦਾ ਕਿ ਇਹ ਇੱਕ ਅਨਫਿਨਿਸ਼ਡ ਏਜੰਡਾ ਸੀ ਜਦੋਂ ਪੰਜਾਬ ਦੀ ਸਪਲਿਟ ਹੋਈ ਆ। ਇਹ ਹੁਣ ਇਹਦਾ ਕੀ ਹੱਲ ਹੈ? ਚੰਡੀਗੜ੍ਹ ਯੂਨੀਅਨ ਟੈਰੀਟਰੀ ਰਹਿਣਾ ਚਾਹੀਦਾ ਵਾ ਕਿ ਇਹਨੂੰ ਪੰਜਾਬ ਨੂੰ ਟ੍ਰਾਂਸਫਰ ਹੋਣਾ ਚਾਹੀਦਾ ਜਾਂ ਹਰਿਆਣੇ ਨੂੰ ਟ੍ਰਾਂਸਫਰ ਹੋਣਾ ਚਾਹੀਦਾ? ਮੇਰਾ ਇੱਕ ਅਨੁਭਵ ਹੈ, ਮੇਰਾ ਆਪਣਾ ਵਿਚਾਰ ਹੈ ਕਿ ਹੁਣ ਤਾਂ ਇਹਨੂੰ ਕਿਸੇ ਸਟੇਟ ਦੇ ਵਿੱਚ ਕੋਈ ਵੀ ਇਹਨੂੰ ਨਹੀਂ ਚਾਹੁੰਦਾ ਲੈ ਲੈਣ ਦਾ। ਹਰ ਇੱਕ ਨੂੰ ਸ਼ਾਇਦ ਇਹ ਸਿਸਟਮ ਪਸੰਦ ਠੀਕ ਆਇਆ ਹੋਇਆ ਇਸ ਤਰ੍ਹਾਂ ਦਾ ਸਟੇਟਸ ਕੋ ਕਿ ਪੰਜਾਬ ਦੀ ਰਾਜਧਾਨੀ ਹੈ, ਹਰਿਆਣਾ ਦੀ ਰਾਜਧਾਨੀ ਹੈ, ਸਾਰੇ ਅਫਸਰ ਚੰਡੀਗੜ੍ਹ should remain a union territory as a union territory। I think everybody has accepted that, rather that's my view। ਇਥੋਂ ਦੀਆਂ ਲੋਕਾਂ ਨੇ ਪਰ ਇੱਥੇ ਹੁਣ ਜਿਹੜਾ ਐਡਮਿਨਿਸਟ੍ਰੇਟਰ ਸਿਸਟਮ ਆ, ਤੁਸੀਂ ਚੀਫ ਕਮਿਸ਼ਨਰ ਸਿਸਟਮ ਕਿਸੇ ਵੇਲੇ ਕਿਹਾ ਸੀ ਵੀ ਉਹ ਵਾਪਸ ਲੈ ਆਉਣਾ ਚਾਹੀਦਾ ਵਾ, ਜਾਂ ਕੋਈ ਤੁਸੀਂ ਤੀਸਰਾ ਸਿਸਟਮ ਜਿਹੜਾ ਵਾ ਇਹਦੀ ਇਥੋਂ ਦੀ ਐਡਮਿਨਿਸਟ੍ਰੇਸ਼ਨ ਵਾਸਤੇ ਸੁਜੈਸਟ ਕਰਨਾ ਚਾਹੋਗੇ? ਨਹੀਂ, ਮੈਂ ਨਹੀਂ, ਬਲਕਿ ਇਸ ਤਰ੍ਹਾਂ ਕਿਹਾ ਕਿ ਇੱਥੇ ਚੀਫ ਕਮਿਸ਼ਨਰ ਉਹ ਹਾਲਾਤ ਦੇ ਵਿੱਚ ਮੈਂ ਸ਼ਾਇਦ ਥੋੜਾ ਕਿਹਾ, ਮੈਂ ਕਿ ਸ਼ਾਇਦ ਲੋਕ ਇਹ ਕਹਿਣ ਲੱਗੇ ਨੇ ਕਿ ਇੱਥੇ ਚੀਫ ਕਮਿਸ਼ਨਰ ਚਾਹੀਦਾ, ਜਿਹੜਾ ਆਪਾਂ ਸ਼ੁਰੂ ਦੇ ਵਿੱਚ ਦੀ ਗੱਲ ਕੀਤੀ ਸੀ ਉਸ ਹਾਲਾਤ ਦੇ ਵਿੱਚ। ਉਹ ਹਾਲਾਤ ਦੇ ਵਿੱਚ ਮੈਂ ਸ਼ਾਇਦ ਥੋੜਾ ਕਿਹਾ, ਮੈਂ ਕਿ ਸ਼ਾਇਦ ਲੋਕ ਇਹ ਕਹਿਣ ਲੱਗੇ ਨੇ ਕਿ ਇੱਥੇ ਚੀਫ ਕਮਿਸ਼ਨਰ ਚਾਹੀਦਾ, ਜਿਹੜਾ ਆਪਾਂ ਸ਼ੁਰੂ ਦੇ ਵਿੱਚ ਦੀ ਗੱਲ ਕੀਤੀ ਸੀ ਉਸ ਹਾਲਾਤ ਦੇ ਵਿੱਚ। ਪਰ ਮੈਂ ਸਮਝਦਾ ਕਿ ਉਹ ਬਹੁਤ ਵੱਡੀ ਗੱਲ ਨਹੀਂ ਕਿ ਚੀਫ ਕਮਿਸ਼ਨਰ ਹੈ ਜਾਂ ਪੰਜਾਬ ਦੇ ਗਵਰਨਰ ਇਹਦੇ ਐਡਮਿਨਿਸਟ੍ਰੇਟਰ ਨੇ। ਇਟ ਵੁੱਡ ਆਲਵੇਜ਼ ਡਿਪੈਂਡ ਫਰਮ ਇੰਡੀਵਿਜੂਅਲ ਟੂ ਇੰਡੀਵਿਜੂਅਲ ਹਾਊ ਹੀ ਲੁਕਸ ਐਟ the issues relating to ਚੰਡੀਗੜ੍ਹ। ਇੰਨਾ ਜ਼ਰੂਰ ਮੈਂ ਸਮਝਦਾ ਹਾਂ ਕਿ ਇੱਥੇ ਜਿਹੜੀ ਕਾਰਪੋਰੇਸ਼ਨ ਹੈ ਉਹਨੇ ਵੀ ਜਸਟੀਫਾਈ ਕੀਤੀ ਹੈ ਆਪਣੀ ਪ੍ਰੈਜ਼ੈਂਸ ਆਪਣੇ ਕੰਮ ਦੇ ਨਾਲ। ਪਾਰਕਸ ਨੂੰ ਤੁਸੀਂ ਵੇਖੋ, ਸ਼ਹਿਰ ਦੇ ਵਿੱਚ ਜਿਹੜੇ ਕੰਮ ਉਹਨਾਂ ਨੂੰ ਮਿਲੇ ਨੇ ਉਹਨੂੰ ਸਟਰੈਂਥਨ ਕਰਨ ਦੀ ਲੋੜ ਹੈ। ਕੁਝ ਜਿਹੜੇ ਲੋਕਲ ਇਸ਼ੂਜ਼ ਨੇ ਉਹਨਾਂ ਦਾ ਅਧਿਕਾਰ ਪੂਰਾ ਉਹਨਾਂ ਕੋਲੇ ਇੱਕ ਮੇਅਰ ਇਨ ਕਾਉਂਸਲ ਵਰਗਾ ਸਿਸਟਮ ਬਣਾ ਕੇ ਕਿ ਕੁਝ ਫਾਈਨਲੀ ਉਹਨਾਂ ਕੋਲੇ ਹੋਵੇ, ਫਾਈਨਲ ਅਥਾਰਟੀ ਸਿਰਫ ਗਵਰਨਰ ਕੋਲੇ ਹੋਵੇ to reject something, not with the bureaucracy anywhere। So we need to move forward to a mayor in council system for Chandigarh। system for Chandigarh। मेरा ख्याल वो बहुत ठीक है थे, कम आ सकता है।
ਰਾਈਟ ਪਵਨ ਜੀ, ਥੈਂਕ ਯੂ ਵੈਰੀ ਮਚ ਫॉर ਜੁਆਇਨਿੰਗ ਅਸ ਇਨ ਦਿਸ ਡਿਸਕਸ਼ਨ। ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਹਾਡਾ। ਫੇਅਰ ਐਂਡ ਸਕੁਏਅਰ ਦੇ ਸੰਕ ਵਿੱਚ ਅਸੀਂ ਗੱਲ ਕਰ ਰਹੇ ਸਾਂ ਚੰਡੀਗੜ੍ਹ ਦੇ ਮੈਂਬਰ ਪਾਰਲੀਮੈਂਟ ਅਤੇ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਹੋਰਾਂ ਨਾਲ। ਅਗਲੇ ਹਫਤੇ ਇਸੇ ਸਮੇਂ ਤੇ ਹੋਵੇਗੀ ਫਿਰ ਮੁਲਾਕਾਤ। ਉਦੋਂ ਤੱਕ ਲਈ ਇਜਾਜ਼ਤ ਦਿਓ। ਧੰਨਵਾਦ। ਸਤਿ ਸ੍ਰੀ ਅਕਾਲ।